ਸਾਡੇ ਸਾਰੇ ਸਰੋਤਿਆਂ ਨੂੰ, ਦੋਸਤਾਂ ਨੂੰ ਸਲਾਮ, ਨਮਸਤੇ। ਮੈਂ ਹਾਂ ਵਿਜੇ ਸਿੰਘ। ਅੱਜ ਅਸੀਂ ਪੰਜਾਬੀ ਦੀ ਪਹਿਲੀ ਕਹਾਣੀ ਪੜ੍ਹਨ ਜਾ ਰਹੇ ਹਾਂ ਕਹਾਣੀ ਡਿਪੋ ਵਿੱਚ, ਤੇ ਸਾਡੀ ਅੱਜ ਦੀ ਕਹਾਣੀ ਹੈ ਬਲਵੰਤ ਗਾਰਗੀ ਦੀ ਲਿਖੀ ਫਿੱਟੇ ਮੂੰਹ। ਤੇ ਆਓ ਦੋਸਤੋ ਸੁਣਦੇ ਹਾਂ ਕਹਾਣੀ ਫਿੱਟੇ ਮੂੰਹ। ਜਦ ਮੈਨੂੰ ਕਿਤੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਮੈਂ ਇੱਕ ਘਟੀਆ ਜਿਹੀ ਰੇਡੀਓ ਕੰਪਨੀ ਵਿੱਚ ਭਰਤੀ ਹੋ ਗਿਆ। ਮੇਰਾ ਕੰਮ ਮੰਡੀਆਂ ਵਿੱਚ ਕੰਪਨੀ ਲਈ ਆਰਡਰ ਬੁੱਕ ਕਰਨਾ ਸੀ। ਕੰਪਨੀ ਜਿੰਨੀ ਘਟੀਆ, ਕਮਿਸ਼ਨ ਉਤਨੀ ਹੀ ਜ਼ਿਆਦਾ। ਕਾਲਜ ਵਿੱਚ ਬੋਲਣ ਤੇ ਤਕਰੀਰਾਂ ਝਾੜਨ ਵਿੱਚ ਅਵਲ ਹੋਣ ਕਰਕੇ ਮੈਂ ਚਰਬ ਜ਼ਬਾਨ ਹਾਂ। ਮਿਰਚ ਮਸਾਲਾ ਲਾ ਕੇ ਮੈਨੂੰ ਗੱਲ ਕਰਨੀ ਆਉਂਦੀ ਹੈ। ਇਹ ਨੌਕਰੀ ਮੈਨੂੰ ਰਾਸ ਆ ਗਈ। ਮੈਨੂੰ ਪਤਾ ਸੀ ਕਿ ਕਿਹੜੀ ਮੰਡੀ ਤੇ ਕਸਬੇ ਦਾ ਦੁਕਾਨਦਾਰ ਕਿੰਨੇ ਆਰਡਰ ਦੇ ਸਕਦਾ ਹੈ, ਕਿਸ ਦਾ ਕਿੰਨਾ ਰਸੂਖ ਹੈ, ਕਿੰਨੀ ਪੁੱਜਤ ਹੈ। ਉਹਨਾਂ ਲਈ ਕੰਪਨੀ ਵੱਲੋਂ ਕੈਲੰਡਰ, ਪੈਨਸਲਾਂ ਤੇ ਮੂੰਹ ਵਾਲਾ ਨਿੱਕਾ ਵਾਜਾ ਇਨਾਮ ਵਜੋਂ ਮੈਂ ਆਪਣੇ ਥੋਕ ਵਪਾਰੀਆਂ ਨੂੰ ਦੇ ਆਉਂਦਾ। ਇਸ ਵੇਰ ਮੈਂ ਲੁਧਿਆਣਾ, ਫਗਵਾੜਾ ਤੇ ਜਲੰਧਰ ਹੋ ਕੇ ਅੰਮ੍ਰਿਤਸਰ ਪੁੱਜਾ ਤਾਂ ਹਾਲ ਬਾਜ਼ਾਰ ਦੇ ਵੱਡੇ ਵਪਾਰੀ ਲਾਲਾ ਹੇਮਰਾਜ ਭਗਵਾਨ ਦਾਸ ਕੋਲ ਗਿਆ। ਦੋਹਰੇ ਸਰੀਰ ਦਾ ਮੋਟਾ ਤਾਜ਼ਾ ਭਗਵਾਨ ਦਾਸ ਕਿਸੇ ਜ਼ਮਾਨੇ ਵਿੱਚ ਮੇਰਾ ਜਮਾਤੀ ਸੀ। ਗੁਰੂ ਭਾਈ ਹੋਣ ਦੇ ਨਾਤੇ ਉਹ ਸਦਾ ਮੇਰੇ ਕੋਲੋਂ ਹੀ ਰੇਡੀਓ ਲੈਂਦਾ। ਦੂਜੇ ਰੇਡੀਓ ਫਿਲਿਪ ਤੇ ਮਰਫੀ ਕੰਪਨੀਆਂ ਦੇ ਏਜੰਟ ਲੱਖ ਯਤਨ ਕਰਦੇ, ਉਹਨਾਂ ਕੋਲੋਂ ਕਦੇ ਇੱਕ ਰੇਡੀਓ ਵੀ ਨਹੀਂ ਸੀ ਖਰੀਦਿਆ। ਜਦ ਪੁੱਜਾ ਤਾਂ ਉਹ ਦੁਕਾਨ ਦੇ ਕਾਊਂਟਰ ਪਿੱਛੇ ਖੜੇ ਇੱਕ ਗਾਹਕ ਨੂੰ ਗ੍ਰਾਮੋਫੋਨ ਮਸ਼ੀਨ ਵੇਚ ਰਿਹਾ ਸੀ। ਉਸਦੇ ਅਸਿਸਟੈਂਟ ਨੇ ਝੱਟ ਮੈਨੂੰ ਇੱਕ ਪਾਸੇ ਕੁਰਸੀ ਢਾ ਦਿੱਤੀ ਤੇ ਸ਼ਿਕੰਜਵੀ ਪਿਲਾਈ। ਮੈਂ ਸੁਸਤਾਉਣ ਲੱਗਾ। ਜਦ ਗਾਹਕ ਤੋਂ ਵਿਹਲਾ ਹੋਇਆ ਤਾਂ ਭਗਵਾਨ ਦਾਸ ਮੈਨੂੰ ਮਿਲਿਆ। ਬਿਜ਼ਨਸ ਦੀ ਗੱਲਬਾਤ ਹੋਈ। ਉਸ ਆਖਿਆ, ਇਸ ਵਾਰ ਤਾਂ ਮਸਾਂ 5 ਰੇਡੀਓ ਦਾ ਹੀ ਆਰਡਰ ਦੇਵਾਂਗਾ। ਕਿਉਂ, ਕੀ ਗੱਲ ਹੈ? ਤੂੰ ਤਾਂ ਸਦਾ ਹੀ 25-30 ਰੇਡੀਓ ਲਿਆ ਕਰਦਾ। ਕੀ ਕਰੀਏ, ਪਿਛਲੇ ਦਿਨੀ ਕੁਝ ਘਾਟਾ ਪੈ ਗਿਆ ਸੀ। ਘਾਟਾ? ਉਹ ਕਿਵੇਂ? ਮੈਂ ਸੋਚਿਆ ਸੱਟਾ ਕਰ ਬੈਠਾ ਹੋਵੇਗਾ। ਉਸਨੂੰ ਸੱਟੇ ਦਾ ਸ਼ੌਕ ਸੀ। ਪਿਛਲੇ ਦਿਨੀ ਕਣਕ ਦੇ ਭਾਅ ਇੱਕਦਮ ਚੜ੍ਹ ਗਏ ਸਨ। ਭਗਵਾਨ ਦਾਸ ਹਮੇਸ਼ਾ ਦਾ ਮੰਦੜੀਆ, ਬਸ ਇਸ ਵਿੱਚ 10-20 ਹਜ਼ਾਰ ਰੁਪਈਆ ਉੱਡ ਗਿਆ ਹੋਣਾ। ਇਹ ਸੋਚ ਕੇ ਮੈਂ ਆਖਿਆ, ਉਹ ਸੱਟੇ ਵਿੱਚ ਤਾਂ ਇਸੇ ਤਰ੍ਹਾਂ ਕਦੇ ਘਾਟਾ ਕਦੇ ਵਾਧਾ ਹੁੰਦਾ ਹੀ ਰਹਿੰਦਾ। ਉਹ ਨਹੀਂ, ਸੱਟੇ ਵਿੱਚ ਨਹੀਂ, ਬਸ ਇੱਕ ਹੋਰ ਹੀ ਕੰਮ ਕਰ ਬੈਠੇ ਸਾਂ ਤੇ ਘਾਟਾ ਵੀ ਪੂਰੇ 50,000 ਦਾ। 50,000? ਮੈਂ ਆਖਿਆ, ਅਜਿਹਾ ਕੀ ਖਰੀਦ ਬੈਠਾ ਸੈਂ? ਉਸ ਆਖਿਆ, ਕੀ ਦੱਸਾਂ ਯਾਰ, ਇਸ ਵਾਰ ਕੁਝ ਇਸ਼ਕ ਕਰ ਬੈਠਾ ਸਾਂ। ਇਸ਼ਕ? ਹਾਂ, ਬਸ ਇਸ ਇਸ਼ਕ ਵਿੱਚ 50,000 ਦੇ ਬੈਠਾ। ਕਿਸ ਤਰ੍ਹਾਂ? ਤੇ ਉਸਨੇ ਮੈਨੂੰ ਇੱਕ ਗੱਲ ਸੁਣਾਈ। ਤੈਨੂੰ ਪਤਾ ਹੈ, ਅੰਮ੍ਰਿਤਸਰ ਵਿੱਚ ਮੇਰੀ ਦੁਕਾਨ ਬੜੀ ਚਲਦੀ ਹੈ। ਇਰਦ ਗਿਰਦ ਸਭ ਮੰਡੀਆਂ ਤੇ ਲਾਗੇ ਚਾਗੇ ਦੇ ਸਭ ਪਿੰਡਾਂ ਦੇ ਜੱਟ, ਚਾਹੇ ਕੱਪੜਾ ਲੈਣਾ ਹੋਵੇ ਚਾਹੇ ਰੇਡੀਓ, ਮੇਰੀ ਹੱਟੀ ਤੇ ਹੀ ਆਉਂਦੇ ਨੇ। ਈਸ਼ਵਰ ਦੀ ਕਿਰਪਾ ਨਾਲ ਚੰਗੀ ਖੱਟੀ ਸੀ, ਕਦੇ ਕਿਸੇ ਚੀਜ਼ ਦਾ ਫਿਕਰ ਨਹੀਂ ਸੀ। ਸਵੇਰੇ ਦੁਕਾਨ ਤੇ ਆ ਜਾਂਦਾ, ਸ਼ਾਮ ਨੂੰ ਘਰ ਜਾਂਦਾ। ਜਿਸ ਕਿਸੇ ਨੂੰ ਮੈਂ ਮਿਲਣਾ ਹੁੰਦਾ ਉਹ ਵੀ ਦੁਕਾਨ ਤੇ ਹੀ ਆ ਜਾਂਦਾ। ਫੇਰ ਮੈਨੂੰ ਕਿਤੇ ਜਾਣ ਦੀ ਲੋੜ ਹੀ ਕੀ ਸੀ? ਆਪਣਾ ਅੱਡਾ ਹੋਵੇ, ਅੱਡੇ ਵਰਗੀ ਰੀਸ ਨਹੀਂ। ਜਦ ਬਿਜ਼ਨਸ ਵੱਧ ਗਿਆ ਤਾਂ ਮੁਨੀਮ ਤੇ 4 ਆਦਮੀ ਗਾਹਕਾਂ ਨੂੰ ਚੀਜ਼ਾਂ ਵਿਖਾਉਣ ਤੇ ਵੇਚਣ ਲਈ ਹੱਟੀ ਉੱਤੇ ਹੋਰ ਰੱਖ ਲਏ। ਈਸ਼ਵਰ ਦੀ ਕਿਰਪਾ ਨਾਲ ਸੋਹਣਾ ਵਪਾਰ, ਚੰਗੀ ਖੱਟੀ, ਨਾ ਫਿਕਰ ਨਾ ਫਾਕਾ। ਇੱਕ ਦਿਨ ਕੀ ਹੋਇਆ, ਇੱਕ ਨੌਜਵਾਨ ਔਰਤ ਮੇਰੀ ਦੁਕਾਨ ਤੇ ਆਈ। ਮੈਂ ਕਾਊਂਟਰ ਪਿੱਛੇ ਖੜਾ ਸੀ। ਉਸ ਸਾਰੀ ਦੁਕਾਨ ਉੱਤੇ ਇੱਕ ਤੇਜ਼ ਝਾਤ ਮਾਰੀ ਤੇ ਪੁੱਛਿਆ, ਤੁਹਾਡੇ ਕੋਲ ਰੇਡੀਓ ਹਨ? ਜੀ, ਸਭ ਤੋਂ ਚੰਗਾ ਰੇਡੀਓ, ਇਹ ਵੇਖੋ। ਉਹ ਰੇਡੀਓ ਵੇਖਣ ਲੱਗੀ ਤੇ ਮੈਂ ਉਸਨੂੰ, ਹੱਦੋਂ ਸੋਹਣੀ ਜਨਾਨੀ, ਲੰਮਾ ਕੱਦ, ਭਰਵੀਆਂ ਛਾਤੀਆਂ ਤੇ ਸੁਡੌਲ ਦੰਦ ਜੋ ਰਤਾ ਅੱਗੇ ਨੂੰ ਵਧੇ ਹੋਏ ਸਨ ਤੇ ਸੋਹਣੇ ਲੱਗਦੇ ਸਨ। ਇਹ ਦੰਦ ਇਉਂ ਜਾਪਦੇ ਸਨ ਜਿਵੇਂ ਹੁਣ ਚੱਕ ਮਾਰ ਲੈਣਗੇ। ਉਸਦੇ ਇਹ ਦੰਦ ਮੇਰੇ ਸਰੀਰ ਵਿੱਚ ਨਹੀਂ, ਓਏ ਮਨ ਵਿੱਚ ਖੁੱਭ ਗਏ। ਕਿੰਨੇ ਦਾਮ ਨੇ ਇਸ ਦੇ? ਉਸ ਪੁੱਛਿਆ।
ਜੀ ਤੁਸੀਂ ਪਹਿਲਾਂ ਪਸੰਦ ਕਰ ਲਓ, ਦਾਮ ਫਿਰ ਹੋ ਜਾਣਗੇ। ਨਹੀਂ, ਪਹਿਲੇ ਦਾਮ ਦੱਸੋ। ਮੈਂ ਪਤਾ ਨਹੀਂ ਮੇਰੇ ਮਨ ਵਿੱਚ ਇਤਨੀ ਜੁਰਅਤ ਕਿੱਥੋਂ ਆ ਗਈ। ਮੈਂ ਕਦੇ ਕਿਸੇ ਗਾਹਕ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕੀਤੀ। ਮੇਰੇ ਮੂੰਹ ਵਿੱਚੋਂ ਇਹ ਨਿਕਲਿਆ, ਅਜੀ ਤੁਸੀਂ ਰੇਡੀਓ ਪਸੰਦ ਕਰ ਲਓ, ਪੈਸੇ ਆ ਜਾਣਗੇ। ਉਸ ਆਖਿਆ, ਪਰ ਪਤਾ ਤਾਂ ਲੱਗੇ ਕਿੰਨੀ ਕੀਮਤ ਹੈ। ਤੁਹਾਨੂੰ ਕਿੰਨੀ ਕੀਮਤ ਦੇ ਰੇਡੀਓ ਦੀ ਲੋੜ ਹੈ? 300 ਰੁਪਏ ਦੀ। ਉਸ ਰੇਡੀਓ ਦੀ ਕੀਮਤ 800 ਰੁਪਏ ਸੀ। ਮੈਂ ਉੱਤਰ ਦਿੱਤਾ, ਤੁਸੀਂ ਜਿੰਨੀ ਆਖੀ ਹੈ ਠੀਕ ਹੈ। ਹਾਲਾਂਕਿ ਮੇਰਾ ਖਿਆਲ ਹੈ ਉਸ ਇੱਕ ਪਾਸੇ ਚਿੱਟ ਉੱਤੇ ਲੱਗੇ ਦਾਮ ਪੜ੍ਹ ਲਏ ਸਨ। ਫਿਰ ਵੀ ਉਹ ਨਾ ਜਾਣੇ ਕਿਉਂ ਚੁੱਪ ਰਹੀ। 300 ਵਿੱਚ ਸੌਦਾ ਹੋ ਗਿਆ। ਮੈਂ ਆਖਿਆ, ਤੁਹਾਡੇ ਬੰਗਲੇ ਉੱਤੇ ਮੇਰਾ ਆਦਮੀ ਛੱਡ ਆਏਗਾ। ਉਸ ਉੱਤਰ ਦਿੱਤਾ, ਮਜੀਠ ਰੋਡ ਉੱਤੇ ਅਮਰੂਦਾਂ ਤੇ ਬਾਗ ਪਿੱਛੇ ਗਲੀ ਵਿੱਚ 12 ਨੰਬਰ ਦੀ ਕੋਠੀ। ਦੁੱਗਲ ਸਾਹਿਬ ਨੂੰ ਪੁੱਛ ਲੈਣਾ, ਉਹ ਨਹਿਰ ਦੇ ਮਹਿਕਮੇ ਵਿੱਚ SDO ਹਨ। ਤੁਸੀਂ ਇੱਥੇ ਕਿੰਨੇ ਚਿਰ ਦੇ ਰਹਿੰਦੇ ਹੋ? ਨਹੀਂ, ਸਾਡੀ ਬਦਲੀ ਹੁਣੇ ਹੋਈ ਹੈ। ਪਿੱਛੋਂ ਅਸੀਂ ਫਿਰੋਜ਼ਪੁਰ ਦੇ ਹਾਂ। 1 ਮਹੀਨਾ ਹੀ ਹੋਇਆ ਆਇਆ ਸਾਨੂੰ। ਉਹਨਾਂ ਨੂੰ ਤਾਂ ਰੇਡੀਓ ਸੁਣਨ ਦਾ ਸ਼ੌਕ ਨਹੀਂ, ਪਰ ਮੈਨੂੰ ਡਾਢਾ ਸ਼ੌਕ ਹੈ। ਉਹ ਤਾਂ ਬਸ ਕਲੱਬ ਵਿੱਚ ਤਾਸ਼ ਖੇਡਣ ਵਿੱਚ ਹੀ ਰੁੱਝੇ ਰਹਿੰਦੇ ਨੇ। ਮੈਂ ਜੇ ਕਲੱਬ ਜਾਵਾਂ ਵੀ ਤਾਂ ਤਾਸ਼ ਤਾਂ ਉੱਕਾ ਹੀ ਨਹੀਂ ਖੇਡਦੀ, ਬਸ ਪਿੰਗ ਪੋਂਗ ਜਾਂ ਕੈਰਮ। ਉਹ ਜੇ ਰੇਡੀਓ ਸੁਣਦੇ ਵੀ ਹਨ ਤਾਂ ਬਸ ਖਬਰਾਂ। ਮੈਨੂੰ ਖਬਰਾਂ ਤੋਂ ਬੜੀ ਚਿੜ ਹੈ। ਫਿਲਮਾਂ ਦੇ ਗੀਤ, ਸੀਲੋਨ ਰੇਡੀਓ, ਕਿੰਨਾ ਸੁਆਂਦਲਾ ਪ੍ਰੋਗਰਾਮ ਹੈ। ਗੱਲ ਕੀ, ਮੈਂ ਉਹ ਰੇਡੀਓ ਉਹਨਾਂ ਦੀ ਕੋਠੀ ਪਹੁੰਚਾ ਦਿੱਤਾ। ਉਹ ਚਲੀ ਗਈ ਤੇ ਮੈਂ ਉਸ ਦੀਆਂ ਗੱਲਾਂ, ਉਸ ਦੇ ਹਾਸੇ, ਉਸ ਦੇ ਕੱਦ ਕਾਠ ਤੇ ਉਸ ਦੇ ਜਿਸਮ ਵਿੱਚੋਂ ਝਲਕਦੀ ਜਵਾਨੀ ਤੇ ਅੰਗ ਅੰਗ ਵਿੱਚੋਂ ਡੁੱਲਦੇ ਵੇਗ ਬਾਰੇ ਸੋਚਦਾ ਰਿਹਾ। ਅਜਿਹੀਆਂ ਗੱਲਾਂ ਮੈਂ ਕਹਾਣੀਆਂ, ਨਾਵਲਾਂ ਵਿੱਚ ਪੜ੍ਹੀਆਂ ਸਨ, ਪਰ ਕਦੇ ਯਕੀਨ ਨਹੀਂ ਸੀ ਕੀਤਾ। ਉਹ ਆਪਣੀ ਜ਼ਿੰਦਗੀ ਵੱਲ ਤੱਕਿਆ। ਮੈਂ ਸ਼ਾਦੀ ਕੀਤਿਆਂ 15 ਵਰ੍ਹੇ ਹੋ ਚੁੱਕੇ ਸਨ। ਬੀਵੀ ਅਨਪੜ੍ਹ, ਮੱਝ ਵਰਗੀ ਜ਼ਨਾਨੀ, ਜਿਸ ਹੁਣ ਤੱਕ 5 ਧੀਆਂ ਪੁੱਤ ਜੰਮ ਦਿੱਤੇ ਸਨ। ਉਹ ਇਸ਼ਕ ਕੀ ਹੁੰਦਾ ਹੈ, ਪਿਆਰ ਕੀ ਹੁੰਦਾ ਹੈ, ਸੁੰਦਰਤਾ ਕਿਸ ਚਿੜੀ ਦਾ ਨਾਂ ਹੈ, ਇਸਦਾ ਕਦੇ ਚਿੱਤ ਚੇਤਾ ਵੀ ਨਹੀਂ ਸੀ। ਬਸ ਸਵੇਰੇ ਹੱਟੀ ਉੱਤੇ ਆਉਣਾ ਤੇ ਤਰਕਾਲੀ ਜਾਣਾ, ਰੁਪਈਆ ਕਮਾਉਣਾ, ਮੁੰਡਿਆਂ ਕੁੜੀਆਂ ਨੂੰ ਪੜ੍ਹਾਉਣਾ ਤੇ ਕਬੀਲਦਾਰੀ ਨੂੰ ਚਲਾਉਣਾ। ਵੱਧ ਤੋਂ ਵੱਧ ਕੁਝ ਕਮਾ ਕੇ ਇੱਕ ਟੁਕੜਾ ਬਾਗ ਦਾ ਲੈ ਲਿਆ ਸੀ। ਇਸ ਤੋਂ ਵੱਧ ਹੋਰ ਕੀ ਖਾਹਿਸ਼ ਸੀ ਮੇਰੀ। ਇਸ ਟੀਵੀ ਨੂੰ ਵੇਖ ਕੇ ਮੈਂ ਆਪਣੇ ਆਪ ਨੂੰ ਆਖਿਆ, ਓਏ ਫਿੱਟੇ ਮੂੰਹ ਭਗਵਾਨ ਦਾਸਾ, ਓਏ ਤੇਰੀ ਵੀ ਕੋਈ ਜੂਨ ਹੈ। ਸਾਰੀ ਉਮਰ ਇੱਕ ਮੱਝ ਨਾਲ ਗੁਜ਼ਾਰ ਦਿੱਤੀ। ਉਹ ਟੀਵੀ ਹੋਵੇ ਤਾਂ ਇਸ ਨਾਰ ਵਰਗੀ। ਆਪਣੇ ਆਪ ਨੂੰ ਲਾਨਤ ਪਾਈ। ਜ਼ਿੰਦਗੀ ਫਿੱਕੀ ਤੇ ਬੇਰਸ ਜਾਪਣ ਲੱਗੀ। ਆਪਣੇ ਵਜੂਦ ਅੰਦਰ ਇੱਕ ਵੱਡਾ ਖੱਪਾ ਮਹਿਸੂਸ ਕਰਨ ਲੱਗਾ। ਮੈਂ ਦਿਲ ਵਿੱਚ ਆਖਿਆ, ਓਏ ਇਸ ਟੀਵੀ ਨੂੰ ਜ਼ਰੂਰ ਹਾਸਲ ਕਰਾਂਗਾ, ਭਾਵੇਂ ਕੁਝ ਹੋ ਜਾਵੇ। ਨਹੀਂ ਤਾਂ ਫਿੱਟੇ ਮੂੰਹ ਤੇਰੇ ਭਗਵਾਨ ਦਾਸਾ, ਉਹ ਲੱਖ ਲਾਨਤ ਤੇਰੀ ਜ਼ਿੰਦਗੀ ਤੇ, ਤੇਰੀ ਕਮਾਈ ਤੇ। ਸ਼ੀਸ਼ੇ ਚੋਂ ਆਪਣਾ ਮੂੰਹ ਤੱਕਿਆ। ਕੰਨਾਂ ਉੱਤੇ ਵਾਲਾਂ ਵਿੱਚ ਕਿਤੇ ਕਿਤੇ ਚਿੱਟੀਆਂ ਧਾਰੀਆਂ ਸਨ। ਸਿਰ ਦੇ ਵਿਚਕਾਰ ਐਨ ਟੋਟਣੀ ਉੱਤੋਂ ਵਾਲ ਇਉਂ ਸਨ ਜਿਵੇਂ ਚੂਪੇ ਹੋਏ ਅੰਬ ਦੀ ਗੁਠਲੀ। ਕਦੇ ਤੇਲ ਨਹੀਂ ਸੀ ਲਾਇਆ। ਦੂਜੇ ਦਿਨ ਹੀ ਬਾਜ਼ਾਰ ਗਿਆ। ਫਸਟ ਕਲਾਸ ਆਮਲੇ ਦਾ ਖੁਸ਼ਬੂਦਾਰ ਤੇਲ ਖਰੀਦਿਆ। 3 ਨਵੇਂ ਸੂਟ ਸਵਾਏ। ਕਾਲਜ ਦੇ ਦਿਨਾਂ ਪਿੱਛੋਂ ਨੱਕ ਟਾਈ ਲਾਉਣੀ ਛੱਡ ਹੀ ਗਿਆ ਸੀ। ਬਸ ਕਦੇ ਕਿਸੇ ਅਫਸਰ ਨੂੰ ਮਿਲਣ ਜਾਣਾ ਹੁੰਦਾ ਤਾਂ ਕਦੇ ਅਦਾਲਤ ਵਿੱਚ ਗਵਾਹੀ ਦੇਣੀ ਹੁੰਦੀ ਤਾਂ ਕੋਟ ਤੇ ਨੱਕ ਟਾਈ ਲਾਉਂਦਾ। ਹੁਣ ਪੂਰੇ ਲਿਬਾਸ ਲਈ ਫੇਰ ਜੀ ਮੱਚਲ ਉੱਠਿਆ। ਕੰਪਨੀ ਬਾਗ ਦੀ ਵੱਡੀ ਕਲੱਬ, ਜਿੱਥੇ ਉਹਦਾ ਪਤੀ ਮੈਂਬਰ ਸੀ, ਮੈਂ ਵੀ ਮੈਂਬਰ ਬਣ ਗਿਆ। ਨਵੀਂ ਮੋਟਰ ਕਾਰ ਖਰੀਦੀ, 23,000 ਦੀ, ਵੱਡੀ ਲੰਮੀ ਅਮਰੀਕਨ ਸ਼ੇਵਰਲੈਟ, ਤੇ ਨਿੱਤ ਸ਼ਾਮ ਨੂੰ 6 ਵਜੇ ਕਲੱਬ ਜਾਣ ਲੱਗ ਪਿਆ। ਤੈਨੂੰ ਪਤਾ ਹੈ, ਮੈਂ ਤਾਂ FA ਫੇਲ ਹੋ ਕੇ ਹੀ ਹੱਟੇ ਉੱਤੇ ਆ ਬੈਠਾ ਸਾਂ। ਕਲੱਬ ਵਿੱਚ ਵੱਡੇ ਆਦਮੀਆਂ ਨਾਲ ਮਿਲਣ ਗਿਲਣ ਦਾ ਮੈਨੂੰ ਬਹੁਤਾ ਚੱਜ ਨਹੀਂ ਸੀ। ਪਰ ਜੀ, ਰੁਪਈਆ ਸਭ ਚੱਜ ਸਿਖਾ ਦਿੰਦਾ ਹੈ। ਮੈਂ ਤਾਸ਼ ਖੇਡਦਾ ਤਾਂ ਜੋ ਉਸ ਦੇ ਪਤੀ ਦੇ ਨੇੜੇ ਹੋ ਸਕਾਂ।
ਜੇ 10-20 ਰੁਪਏ ਹਾਰ ਵੀ ਜਾਂਦਾ ਤਾਂ ਮੱਥੇ ਵੱਟ ਨਾ ਪਾਉਂਦਾ। ਆਖਰ 10-20 ਰੁਪਈਆਂ ਦੀ ਗੱਲ ਹੀ ਕੀ ਸੀ, ਹੱਥ ਦੀ ਮੈਲ। ਉਸ ਦਾ ਪਤੀ ਮਿਸਟਰ ਦੁੱਗਲ ਸੋਹਣਾ ਜਵਾਨ ਸੀ। ਮੈਂ ਉਸ ਦੇ ਮੁਕਾਬਲੇ ਵਿੱਚ ਬਾਂਦਰ ਲੱਗਦਾ ਸਾਂ। ਮੇਰੇ ਤਾਂ ਟੋਟਣੇ ਉੱਤੇ ਵੀ ਨਿੱਕਾ ਜਿਹਾ ਗੰਜ ਹੈ। 15 ਸਾਲ ਕਦੇ ਮੂੰਹ ਮੱਥੇ ਵੱਲ ਇਤਨਾ ਖਿਆਲ ਹੀ ਨਹੀਂ ਸੀ ਕੀਤਾ। ਮੈਨੂੰ ਖਾਮੋਸ਼ ਵੇਖ ਕੇ ਕਈ ਵਾਰ ਮਿਸਟਰ ਦੁੱਗਲ ਆਖਦਾ, ਤੁਸੀਂ ਬੜੇ ਚੁੱਪਚਾਪ ਹੋ ਲਾਲਾ ਜੀ, ਇਹ ਕਲੱਬ ਤਾਂ ਹਾਸੇ ਖੇਡੇ ਦੀ ਥਾਂ ਹੈ। ਮੈਂ ਆਖਦਾ, ਜੀ ਠੀਕ ਹੈ, ਮੈਂ ਤੁਸੀਂ ਮੇਰੇ ਹਾਣੀ ਬਣ ਕੇ 10 ਰੁਪਈਏ ਹਾਰ ਗਏ। ਦੇਖੋ ਜੀ, ਮੇਰੀ ਕਿਸਮਤ ਹੀ ਕਿੰਨੀ ਭੈੜੀ ਹੈ, ਮੈਂ ਤੁਹਾਨੂੰ ਵੀ ਹਰਾ ਦਿੱਤਾ। ਉਹ ਹੱਸ ਕੇ ਆਖਦਾ, ਹਾਰਨਾ ਜਿੱਤਣਾ ਤਾਂ ਕਿਸਮਤ ਦਾ ਹੈ ਜੀ। ਕੋਈ ਗੱਲ ਨਹੀਂ। ਤੇ ਤੁਸੀਂ ਸੇਠਾਂ ਨੂੰ ਕੀ ਪਰਵਾਹ ਹੈ ਹਾਰ ਜਿੱਤ ਦੀ? ਉਸ ਦੀ ਗੱਲ ਵੀ ਠੀਕ ਸੀ। ਕਈ ਵਾਰ ਮੈਂ ਉਸ ਨਾਲ ਖੇਡਦਾ ਤਾਂ ਹਾਰ ਜਾਂਦਾ। ਮੇਰੀ ਇਹੋ ਕੋਸ਼ਿਸ਼ ਹੁੰਦੀ ਕਿ ਤਾਸ਼ ਵਿੱਚ ਭਾਵੇਂ ਹਾਰ ਜਾਵਾਂ ਪਰ ਮੁਹੱਬਤ ਵਿੱਚ ਜਿੱਤ ਜਾਵਾਂ। ਮੈਨੂੰ ਹਾਰਦੇ ਨੂੰ ਵੇਖ ਕੇ ਕਈ ਵਾਰੀ ਉਸ ਦੀ ਬੀਵੀ ਹੱਸ ਕੇ ਆਖਦੀ, ਤੁਸੀਂ ਵਿਚਾਰੇ ਸ਼ਰੀਫ ਤੇ ਭੋਲੇ ਲਾਲੇ ਨੂੰ ਲੁੱਟੀ ਜਾਂਦੇ ਹੋ। ਤੇ ਉਸ ਦੀਆਂ ਅੱਖਾਂ ਵਿੱਚ ਇੱਕ ਮੱਧਮ ਜਿਹੀ ਹਮਦਰਦੀ ਹੁੰਦੀ। ਬਸ ਜੀ, ਫਿਰ ਮੇਰਾ ਇਹੋ ਮਾਮੂਲ ਹੋ ਗਿਆ। ਨਿੱਤ ਤਰਕਾਲੀ ਕਲੱਬ ਵਿੱਚ। ਮਿਸਿਸ ਦੁੱਗਲ ਦੇ ਜਨਮ ਦਿਨ ਉੱਤੇ ਕਈ ਦੋਸਤਾਂ ਵੱਲੋਂ ਤੋਹਫੇ ਆਏ। ਮੇਰਾ ਤੋਹਫਾ ਕੰਨਾਂ ਦੇ ਬੁੰਦੇ ਸਨ, ਜਿਨ੍ਹਾਂ ਵਿੱਚ ਭਾਵੇਂ ਮੈਂ ਆਖਿਆ ਤਾਂ ਇਹੋ ਸੀ ਕਿ ਝੂਠੇ ਨਗ ਜੜੇ ਹੋਏ ਨੇ, ਪਰ ਸੁੱਚੇ ਹੀਰੇ ਦੀਆਂ ਕਣੀਆਂ ਸਨ। ਉਹਨਾਂ ਦੇ ਘਰ ਮੇਰਾ ਖੁੱਲ੍ਹਾ ਆਉਣ ਜਾਣ ਹੋ ਗਿਆ। ਕਈ ਵਾਰ ਜੇ ਦੁੱਗਲ ਨੇ ਬਾਹਰ ਦੌਰੇ ਤੇ ਜਾਣਾ ਹੁੰਦਾ ਤੇ ਨਾਲ ਉਹਨਾਂ ਦੀ ਪਤਨੀ ਹੁੰਦੀ ਤਾਂ ਮੇਰੀ ਨਵੀਂ ਕਾਰ ਲੈ ਜਾਂਦੇ। ਮੈਂ ਮੋਟਰ ਕੀ ਸਿਰ ਮਾਰਨੀ ਸੀ। ਮੇਰੀ ਕਾਰ ਵਰਤਣ ਵਿੱਚ ਉਹਨਾਂ ਨੂੰ ਖਟਕਾ ਨਹੀਂ ਸੀ। ਮੈਂ ਕਿਹੜਾ ਕੋਈ ਠੇਕੇਦਾਰ ਸਾਂ। ਠੇਕੇਦਾਰਾਂ ਤੇ ਮਾਤਹਿਤਾਂ ਦੀਆਂ ਚੀਜ਼ਾਂ ਵਰਤਣ ਲੱਗੇ ਅਫਸਰ ਬੜਾ ਡਰਦੇ ਨੇ, ਪਰ ਮੈਂ ਤਾਂ ਉਹਨਾਂ ਦਾ ਦੋਸਤ ਸਾਂ। ਇੱਕ ਵਾਰ ਉਹਨਾਂ ਮੇਰੀ ਮੋਟਰ ਕਾਰ ਵਰਤ ਕੇ ਮੋੜੀ ਤਾਂ ਆਖਿਆ, ਮਾਫ ਕਰਨਾ, ਤੁਹਾਡੀ ਮੋਟਰ ਦੇ ਮੱਡ ਗਾਰਡ ਵਿੱਚ ਰਤਾ ਚੱਬ ਪੈ ਗਿਆ। ਇਹ ਰੇਲਵੇ ਤੇ ਫਾਟਕ ਨਾਲ ਖਹਿ ਗਿਆ ਸੀ। ਮੈਂ ਉੱਤਰ ਦਿੱਤਾ, ਜੀ ਕੋਈ ਗੱਲ ਨਹੀਂ, ਚੱਲਦੀ ਚੀਜ਼ ਹੈ ਜੀ, ਵਿਗੜਨਾ ਤਾਂ ਇਸ ਦਾ ਕੰਮ ਹੈ ਜੀ, ਕੋਈ ਫਿਕਰ ਨਹੀਂ। ਮੇਰੀ ਸਾਦਾ ਦਿਲੀ ਤੇ ਭੋਲੇਪਨ ਉੱਤੇ ਉਹ ਬਹੁਤ ਖੁਸ਼ ਸਨ। ਕਈ ਵਾਰ ਜਦੋਂ ਕਲੱਬ ਵਿੱਚ ਉਹਨਾਂ ਨੂੰ ਤਾਸ਼ ਖੇਡਦੇ ਚਿਰ ਹੋ ਜਾਂਦਾ ਤਾਂ ਮੈਂ ਉਹਨਾਂ ਦੀ ਪਤਨੀ ਨੂੰ ਘਰ ਮੋਟਰ ਵਿੱਚ ਛੱਡ ਆਉਂਦਾ। ਇਸ ਤਰ੍ਹਾਂ 4 ਮਹੀਨੇ ਗੁਜ਼ਰ ਗਏ। ਮਿਸਿਸ ਦੁੱਗਲ ਮੇਰੇ ਨੇੜੇ ਨੇੜੇ ਹੁੰਦੀ ਗਈ। ਇੱਕ ਦਿਨ ਮੈਂ ਉਸ ਨੂੰ ਘਰ ਛੱਡਣ ਗਿਆ ਤਾਂ ਉਸ ਆਖਿਆ, ਮੈਂ ਅੱਜ ਤੁਹਾਡੇ ਦਿੱਤੇ ਬੁੰਦੇ ਪਾਏ ਨੇ, ਕਿਹੋ ਜਿਹੇ ਲੱਗਦੇ ਨੇ ਮੇਰੇ ਕੰਨਾਂ 'ਚ। ਮੈਂ ਆਖਿਆ, ਕਾਸ਼ ਮੈਂ ਬੁੰਦਾ ਹੁੰਦਾ। ਮੈਂ ਫਿਕਰਾ ਇੱਕ ਹਿੰਦੁਸਤਾਨੀ ਫਿਲਮ ਵਿੱਚ ਸੁਣਿਆ ਸੀ ਤੇ ਨੋਟ ਕਰ ਲਿਆ ਸੀ। ਮੈਂ ਗੱਲ ਦੁਹਰਾਈ, ਤੁਸੀਂ ਬੁੰਦੇ ਨੂੰ ਹੀ ਨਹੀਂ, ਮੈਨੂੰ ਵੀ ਕੰਨਾਂ ਵਿੱਚ ਪਾਇਆ ਹੋਇਆ ਹੈ। ਕਿਸ ਤਰ੍ਹਾਂ? ਮੈਂ ਮੁਸਕਰਾ ਕੇ ਆਖਿਆ, ਤੁਹਾਡਾ ਗੁਲਾਮ ਹਾਂ, ਦਾਸ ਹਾਂ। ਤੁਸੀਂ ਮੈਨੂੰ ਜੀਣਾ ਸਿਖਾ ਦਿੱਤਾ ਹੈ। ਤੁਹਾਡੇ ਨੇੜੇ ਰਹਿਣ ਨਾਲ ਜੋ ਖੁਸ਼ੀ ਮੈਨੂੰ ਹੁੰਦੀ ਹੈ। ਗੱਲ ਕੀ, ਉਸ ਰਾਤ ਮੈਂ ਉਸ ਮੁਟਿਆਰ ਨੂੰ ਪਹਿਲੀ ਵਾਰ ਚੁੰਮਿਆ। ਚੁੰਮੀ ਕੀ ਸੀ? ਸੁਰਗ ਦਾ ਝੂਟਾ। ਇਸ ਉੱਤੇ ਆਦਮੀ ਜ਼ਿੰਦਗੀ ਕੁਰਬਾਨ ਕਰ ਸਕਦਾ ਹੈ, ਸਭ ਕੁਝ, ਸਾਰਾ ਘਰ-ਬਾਰ। ਜ਼ਿੰਦਗੀ ਵਿੱਚ ਪਹਿਲੀ ਵਾਰ ਪਤਾ ਚੱਲਿਆ ਸੁੱਖ ਕੀ ਹੈ, ਮੁਹੱਬਤ ਕੀ ਹੈ, ਪ੍ਰੇਮ ਕੀ ਹੈ, ਮਰਦ ਤੇ ਜ਼ਨਾਨੀ ਦਾ ਰਿਸ਼ਤਾ ਕੀ ਹੈ। ਇਸ ਵਿੱਚ ਕਿਤਨਾ ਅਲੌਕਿਕ ਸੁੱਖ ਹੈ। ਇਸ ਨਸ਼ੇ ਵਿੱਚ ਗੁਆਚਾ ਮੈਂ ਰਹਿਣ ਲੱਗਾ। ਹੱਟੀ ਉੱਤੇ ਸਵੇਰੇ ਜਾਂਦਾ, ਕੁਝ ਚਿਰ ਲਈ ਥੋੜਾ ਬਹੁਤਾ ਕੰਮ ਕਾਜ ਵੇਖਦਾ,
ਬਾਕੀ ਦੇਖਭਾਲ ਕਰਨ ਲਈ ਮੁਨੀਮ ਤੇ ਨੌਕਰ ਸਨ। ਮਿਸਟਰ ਦੁੱਗਲ ਦੀ ਬੀਵੀ ਦਾ ਨਾਂ ਸੀ ਉਰਮਿਲਾ। ਉਹ ਉਸਨੂੰ ਮੀਲਾ ਹੀ ਸੱਦਦੇ ਸਨ। ਮੈਂ ਇੱਕ ਦਿਨ ਆਖਿਆ, ਮੀਲਾ, ਤੂੰ ਮੈਨੂੰ ਜਵਾ ਦਿੱਤਾ ਹੈ। ਟੀਵੀ ਵਿੱਚ ਇਤਨੀ ਧੂ ਹੁੰਦੀ ਹੈ, ਇਤਨੀ ਕਸ਼ਿਸ਼। ਇਸ ਦਾ ਗਿਆਨ ਹੱਟੀ ਦੇ ਰੁਝੇਵੇਂ ਵਿੱਚ ਨਹੀਂ ਸੀ ਹੋ ਸਕਦਾ। ਨਿੱਤ ਦਾ ਅਕਾ ਦੇਣ ਵਾਲਾ ਕੰਮ ਕੋਈ ਹੋਵੇ, ਉਹ ਸਾਡੇ ਮਨ ਉੱਤੇ ਇੱਕ ਬੇਮਲੂਮੀ ਜਿਹੀ ਜਿੱਲ ਚਾੜ ਦਿੰਦਾ। ਇਸ ਜਿਲਮ ਵਿੱਚ ਅਸੀਂ ਬੱਧੇ ਰਹਿੰਦੇ ਹਾਂ। ਲਓ ਜੀ, ਪਹਿਲੀ ਵਾਰ ਜ਼ਿੰਦਗੀ ਦਾ ਸਵਾਦ ਆਇਆ। ਨਹੀਂ, ਹੁਣ ਤੱਕ ਤਾਂ ਨਰਕ ਵਿੱਚ ਹੀ ਪਏ ਸਾਂ। ਮੈਂ ਇਸ ਸੁਰਗ ਵਿੱਚ ਰਹਿਣ ਲੱਗਾ। ਮੀਲਾ ਤੇ ਉਸਦਾ ਪਤੀ ਤੇ ਮੈਂ ਪਿਕਨਿਕ ਲਈ ਜਾਂਦੇ। ਕਈ ਵਾਰ ਇਕੱਠੇ ਸਿਨੇਮਾ ਵੇਖਣ ਵੀ ਜਾਂਦੇ ਤੇ ਮੈਂ ਕਦੀ ਆਪਣੇ ਪਿਆਰ ਦਾ ਹੋਛਾਪਨ ਨਹੀਂ ਸੀ ਜਤਾਇਆ। ਮੇਰਾ ਪਿਆਰ ਕਦੇ ਡੁੱਲ ਕੇ ਬਾਹਰ ਨਹੀਂ ਸੀ ਆਇਆ। ਇਹ ਹੋਛੇ ਆਦਮੀਆਂ ਦੀਆਂ ਗੱਲਾਂ ਨੇ। ਮੈਂ ਦਿਲ ਦੇ ਅੰਦਰ ਵੱਡੇ ਤੋਂ ਵੱਡਾ ਰਾਜ਼ ਲੁਕੋ ਸਕਣਾ। ਇਹ ਪਿਆਰ ਮੇਰੇ ਦਿਲ ਦੇ ਅੰਨੇ ਖੂਹ ਦੀ ਡੂੰਘੀ ਤਹਿ ਵਿੱਚ ਸੀ। ਮਿਸਟਰ ਦੁੱਗਲ ਦੇ ਸਾਹਮਣੇ ਕਦੀ ਉਛਲ ਕੇ ਇਸ ਦਾ ਇੱਕ ਛਿੱਟਾ ਵੀ ਨਹੀਂ ਸੀ ਡਿੱਗਾ। ਦਰਅਸਲ ਇੱਥੇ ਮੇਰੀ ਬਦਸੂਰਤੀ, ਮੇਰਾ ਸ਼ਰਮਾਓ ਸੁਭਾਅ ਹੀ ਮੇਰਾ ਸਭ ਤੋਂ ਵੱਡਾ ਹਥਿਆਰ ਸੀ, ਮੇਰਾ ਸਭ ਤੋਂ ਵੱਡਾ ਪਰਦਾ। ਕਈ ਵਾਰ ਅਸੀਂ ਤਿੰਨੇ ਜੰਗਲ ਵਿੱਚ ਸ਼ਿਕਾਰ ਖੇਡਣ ਜਾਂਦੇ। ਮੈਂ ਕਾਰ ਡਰਾਈਵ ਕਰਦਾ। ਦੂਰ ਦਰਿਆ ਦੇ ਕੰਢੇ ਅਸੀਂ ਟਿਫਨ ਬਾਕਸ ਕੱਢ ਕੇ ਦਰੀ ਵਿਛਾ ਲੈਂਦੇ। ਮਿਸਟਰ ਦੁੱਗਲ ਤਿੱਤਰਾਂ ਬਟੇਰਾਂ ਦੇ ਸ਼ੌਕੀਨ ਸਨ। ਉਹ ਬੰਦੂਕ ਚੁੱਕ ਕੇ ਝਾੜੀਆਂ ਪਿੱਛੇ ਤੇ ਦਰਿਆ ਦੇ ਕੰਢੇ ਉੱਤੇ ਸਰਕੰਡਿਆਂ ਵਿੱਚੋਂ ਲੰਘ ਕੇ ਬਟੇਰਾਂ ਦਾ ਸ਼ਿਕਾਰ ਕਰਦੇ। ਤੇ ਮੀਲਾ ਮੈਨੂੰ ਹੱਸਦੇ ਬੁੱਲਾਂ ਨਾਲ ਪਿਆਰ ਦਾ ਸ਼ਰਬਤ ਪਿਆਉਂਦੀ। ਉਹ ਮਾਫ ਕਰੀ ਯਾਰ, ਪਿਆਰ ਦਾ ਸ਼ਰਬਤ ਬੜਾ ਭੈੜਾ ਜਿਹਾ ਸ਼ਬਦ ਹੈ। ਇਸ ਨੂੰ ਅੰਮ੍ਰਿਤ ਜਾਂ ਕੋਈ ਇਸੇ ਤਰ੍ਹਾਂ ਦਾ ਹੋਰ ਸ਼ਬਦ ਕਹਿਣਾ ਚਾਹੀਦਾ ਹੈ। ਮੈਂ ਬਿਆਨ ਨਹੀਂ ਕਰ ਸਕਦਾ ਯਾਰ। ਕਈ ਵਾਰ ਮਿਸਟਰ ਦੁੱਗਲ ਦੇ ਘਰ ਮੈਨੂੰ ਚਿਰ ਹੋ ਜਾਂਦਾ। ਮਿਸਿਸ ਦੁੱਗਲ ਆਪਣੇ ਪਤੀ ਨੂੰ ਆਖਦੀ, ਲਾਲਾ ਭਗਵਾਨ ਦਾਸ ਚੰਗੇ ਦਿਲ ਦਾ ਆਦਮੀ ਹੈ। ਇਸ ਦੀ ਘਰੇਲੂ ਜ਼ਿੰਦਗੀ ਬੜੀ ਫਜ਼ੂਲ ਹੈ। ਇੱਕ ਮੋਟੀ ਭੱਦੀ ਔਰਤ ਜੋ ਕਦੇ ਇਸ ਨਾਲ ਬਾਹਰ ਆਉਣ ਜਾਣ ਤੇ ਖੁਸ਼ ਨਹੀਂ, ਇਸ ਦੀ ਜੀਵਨ ਸਾਥੀ ਕੀ ਕਰੇ ਵਿਚਾਰਾ। ਸਾਡੇ ਘਰ ਆ ਕੇ ਇਸ ਦਾ ਜੀ ਲੱਗ ਜਾਂਦਾ ਹੈ। ਚੰਗਾ ਹੈ ਵਿਚਾਰਾ। ਦੀਵਾਲੀ ਉੱਤੇ ਮੈਂ ਮੀਲਾ ਨੂੰ ਗਰਮ ਕੋਟ ਸਵਾ ਦਿੱਤਾ, ਜਿਸ ਦਾ ਸਟਾਈਲ ਨਵੇਂ ਫੈਸ਼ਨ ਦਾ ਸੀ। ਗੂੜੇ ਉਨਾਬੀ ਰੰਗ ਦਾ ਕੋਟ, ਸਰਦੀਆਂ ਦਾ ਤੋਹਫਾ। ਉਹ ਪਹਿਨ ਕੇ ਸ਼ੀਸ਼ੇ ਅੱਗੇ ਖੜੀ ਵੇਖਦੀ ਰਹੀ, ਫਿਰ ਮੁੜ ਕੇ ਵੇਖਿਆ, ਫਿਰ ਪਿੱਛੇ ਭੌਂਕੇ ਤੇ ਉਸ ਦੀਆਂ ਅੱਖਾਂ ਵਿੱਚ ਸ਼ੁਕਰੀਆ ਸੀ। ਉਸਦੇ ਅੱਧ ਖੁੱਲ੍ਹੇ ਬੁੱਲ੍ਹਾਂ ਵਿੱਚੋਂ ਉਸਦੇ ਸੁਡੌਲ ਦੰਦ ਚਮਕ ਰਹੇ ਸਨ। ਉਸ ਮੇਰੇ ਵੱਲ ਤੱਕਿਆ। ਉਸਦੀ ਅਜਿਹੀ ਤੱਕਣੀ ਮੈਨੂੰ ਡਸ ਲੈਂਦੀ। ਮੈਂ ਨਿਸੱਲ ਹੋ ਜਾਂਦਾ। ਇੱਕ ਨਸ਼ਾ ਜਿਸ ਦਾ ਨੀਲੇ ਜ਼ਹਿਰ ਵਾਲਾ ਅਸਰ ਸੀ ਮੇਰੇ ਉੱਤੇ ਧੂੜਿਆ ਜਾਂਦਾ। ਮੈਂ ਆਪਣੇ ਅੰਦਰ ਉੱਲਰ ਰਹੀ ਖਾਹਿਸ਼ ਨੂੰ ਮਸਾਂ ਰੋਕਦਾ। ਸ਼ੁਕਰੀਆ। ਉਸ ਫਿਰ ਮੇਰੇ ਵੱਲ ਉਸੇ ਪਿਆਰ ਨਾਲ ਤੱਕਿਆ ਤੇ ਆਪਣੇ ਪਤੀ ਨਾਲ ਚਲੀ ਗਈ। ਜਦ ਮੈਂ ਹੱਟੀ ਉੱਤੇ ਮੁੜ ਆਇਆ ਤਾਂ ਮੁਨੀਮ ਨੇ ਆਖਿਆ, ਉਹ ਲਾਲਾ ਜੀ, ਫੈਂਸੀ ਟੇਲਰਿੰਗ ਹਾਊਸ ਵੱਲੋਂ ਤੁਹਾਡਾ 200 ਰੁਪਏ ਦਾ ਚੈੱਕ ਮੁੜ ਆਇਆ ਹੈ। ਕਿਉਂ? ਉਹ ਬੈਂਕ ਵਿੱਚ ਰੁਪਏ ਨਹੀਂ ਸਨ, ਇਸ ਲਈ। ਕੀ? ਹਾਂ। ਤੇ ਫਿਰ ਮੇਰੇ ਵੱਲ ਤੱਕ ਕੇ ਉਸ ਆਖਿਆ, ਤੁਸੀਂ ਮੇਰੇ ਕੋਲੋਂ ਤਾਂ ਪੁੱਛ ਲੈਣਾ ਸੀ ਲਾਲਾ ਜੀ, ਬੈਂਕ ਵਿੱਚੋਂ ਤਾਂ ਪਹਿਲਾਂ ਹੀ ਤੁਸੀਂ 2000 ਰੁਪਈਆ ਵਧੇਰੇ ਕਢਾ ਚੁੱਕੇ ਹੋ। ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਧਰਤੀ ਖਿਸਕ ਗਈ। ਧਰਤੀ ਤੇ ਆਪੇ ਖਿਸਕਣੀ ਹੋਈ। ਇੱਕ ਵਪਾਰੀ ਦੀ ਸਾਰੀ ਧਰਤੀ ਹੈ ਹੀ ਰੁਪਈਆ। ਇਸ ਧਰਤੀ ਉੱਤੇ ਮੈਂ ਖੜਾ ਸਾਂ। ਚੈੱਕ ਦੇ ਮੁੜ ਆਉਣ ਨਾਲ ਮੇਰਾ ਸਾਰਾ ਵਜੂਦ ਹਲੂਣਿਆ ਗਿਆ। ਮੀਲਾ ਦੇ ਇਸ਼ਕ ਵਿੱਚ ਮੈਂ ਦੁਕਾਨ ਤੇ ਘੱਟ ਹੀ ਆਉਂਦਾ ਸੀ। ਮੇਰੇ ਮੁਨੀਮ ਇਮਾਨਦਾਰ ਸਨ, ਪਰ ਜੀ ਇਹ ਇਮਾਨਦਾਰੀ ਵੀ ਤਦੇ ਰਹਿੰਦੀ ਹੈ ਜਦ ਤੱਕ ਉਹ ਮਾਲਕ ਦੀ ਅੱਖ ਹੇਠਾਂ ਰਹਿਣ। ਮੈਂ ਦੁਕਾਨਦਾਰ ਸੀ,
ਮੇਰਾ ਕੌਣ ਸੀ ਜੋ ਕਮਾ ਕੇ ਖਵਾਉਂਦਾ ਹੈ ਇਸ ਤਰ੍ਹਾਂ। ਨਤੀਜਾ ਇਹ ਹੋਇਆ ਕਿ ਦੁਕਾਨ ਉੱਤੇ ਕੋਈ ਥੋ ਹੀ ਨਾ ਰਿਹਾ। ਚੀਜ਼ ਕਿੰਨੀ ਆਈ, ਕਿੰਨੀ ਗਈ, ਲਾਗਤ ਕਿੰਨੀ ਸੀ ਤੇ ਵਟਕ ਕਿੰਨੀ, ਉਹਨਾਂ ਸਵਾ ਖਿਆਲ ਰੱਖਣਾ ਸੀ। ਹੌਲੀ ਹੌਲੀ ਰੁਪਈਆ ਖੁਰ ਗਿਆ। ਦੁਕਾਨ ਅੰਦਰੋਂ ਅੰਦਰੋਂ ਪੋਲੀ ਹੋ ਗਈ। ਮੈਂ ਰਜਿਸਟਰ ਦੇਖੇ, ਵਹੀਆਂ ਦੇਖੀਆਂ, ਖਾਤਾ ਰੋਕੜ ਨਾਲ ਨਹੀਂ ਸੀ ਮਿਲਦਾ ਤੇ ਰੋਕੜ 1000 ਮਾਲ ਨਾਲ। ਗੱਲ ਕੀ, ਦੁਕਾਨ ਚੌੜ ਹੋ ਗਈ। ਉੱਪਰੋਂ ਹੇਠੋਂ ਪੂਰੇ 50,000 ਹੁੰਝੇ ਗਏ ਸਨ ਇਸ ਇਸ਼ਕ ਵਿੱਚ। ਇੱਕ ਬਿਜ਼ਨਸਮੈਨ ਦੀ ਤਾਂ ਸਾਰੀ ਸਾਖ ਬਿਜ਼ਨਸ ਹੈ, ਸਾਰੀ ਪੜਤ, ਸਾਰੀ ਇੱਜ਼ਤ, ਸਾਰੀ ਦੁਨੀਆ ਇਹੋ ਹੱਟੀ ਹੈ। ਮੈਂ ਦਿਲ ਵਿੱਚ ਆਖਿਆ, ਪਿੱਟੇ ਮੂੰਹ ਭਗਵਾਨ ਦਾਸਾ ਤੇਰੇ, ਓਏ ਇੱਕ ਤੀਵੀਂ ਪਿੱਛੇ ਆਪਣੇ ਆਪ ਨੂੰ ਉਜਾੜ ਲਿਆ ਸਹੁਰਿਆ। ਝੁੱਗਾ ਚੌੜ, ਨਾ ਅੱਗਾ ਵੇਖਿਆ ਨਾ ਪਿੱਛਾ। ਘਰ ਵਿੱਚ ਤੇਰੀ ਤੀਵੀਂ ਰੁੱਲ ਗਈ, ਬੱਚਿਆਂ ਦਾ ਤੈਨੂੰ ਖਿਆਲ ਨਾ ਰਿਹਾ। ਹੋਰ ਤੇ ਹੋਰ ਹੱਟੀ ਵੀ ਸਾਰੀ ਦੀ ਸਾਰੀ ਰੋੜ ਦਿੱਤੀ ਓਏ। ਇੱਕ ਹੱਡ ਮਾਸ ਦੀ ਗੁੱਡੀ ਪਿੱਛੇ ਆਪਣਾ ਜੀਵਨ ਖਰਾਬ ਕਰ ਲਿਆ, ਜਨਮ ਭ੍ਰਿਸ਼ਟ ਕਰ ਲਿਆ, ਇੱਜ਼ਤ ਕੌਡੀ ਦੀ ਕਰ ਲਈ, ਸਭ ਇੱਕ ਤੀਵੀਂ ਖਾਤਰ। ਫਿੱਟੇ ਮੂੰਹ ਤੇਰੇ ਭਗਵਾਨ ਦਾਸਾ। ਬਸ ਮੈਂ ਆਪਣੇ ਆਪ ਨੂੰ ਲਾਹਨਤ ਪਾਈ। ਫੇਰ ਵੀ ਸਵੇਰ ਦਾ ਭੁੱਲਿਆ ਜਿਸ ਸੰਝ ਨੂੰ ਘਰ ਆ ਵੜੇ ਤਾਂ ਕੁਝ ਨਾ ਵਿਗੜਿਆ ਸਮਝੋ। ਵੇਲੇ ਸਿਰ ਹੋਸ਼ ਆ ਗਈ। ਆਪਣਾ ਕੰਮ ਸੰਭਾਲ ਲਿਆ, ਲੇਖਾ ਜੋੜਿਆ, ਚੀਜ਼ਾਂ ਦਾ ਹਿਸਾਬ ਕੀਤਾ, ਆਏ ਗਏ ਦੀ ਪੜਤਾਲ ਕੀਤੀ ਤੇ ਦੂਜੇ ਦਿਨ ਆ ਕੇ ਸਵੇਰੇ ਆਪ ਹੱਟੀ ਤੇ ਬੈਠਾ। ਹੁਣ ਪਿਛਲੇ 1 ਮਹੀਨੇ ਤੋਂ ਮੈਂ ਕੰਮ ਨੂੰ ਸੰਭਾਲਿਆ ਹੈ। ਕਿਸਮਤ ਚੰਗੀ, ਲੱਖ ਜਾਏ ਪਰ ਸਾਖ ਨਾ ਜਾਏ। ਮੇਰੀ ਸਾਖ ਹੁਣ ਤੀਕ ਕਾਇਮ ਹੈ। ਬਸ ਹੁਣ 2-4 ਮਹੀਨਿਆਂ ਵਿੱਚ ਵਪਾਰ ਠੀਕ ਕਰ ਲਵਾਂਗਾ। ਇਸ ਲਈ ਇਸ ਵਾਰ ਤੈਨੂੰ ਆਰਡਰ ਘੱਟ ਦਿੱਤਾ ਹੈ, ਸਿਰਫ 5 ਰੇਡੀਓ। ਪਰ ਅਗਲੀ ਵਾਰ ਜਦ ਫੇਰਾ ਮਾਰੇਗਾ ਤਾਂ ਆਸ ਹੈ ਪਹਿਲਾਂ ਵਾਂਗ 20 ਰੇਡੀਓ ਦਾ ਆਰਡਰ ਦੇਵਾਂਗਾ। ਇਹ ਆਖ ਕੇ ਭਗਵਾਨ ਦਾਸ ਰੇਡੀਓ ਕੰਪਨੀ ਦੇ ਫਾਰਮ ਉੱਤੇ ਦਸਤਖਤ ਕਰਨ ਲੱਗਾ। ਮੈਂ ਫਾਰਮ ਜੇਬ ਵਿੱਚ ਪਾ ਕੇ ਉਸ ਨਾਲ ਹੱਥ ਮਿਲਾਇਆ ਤੇ ਦਿਲ ਹੀ ਦਿਲ ਵਿੱਚ ਆਖਿਆ, ਫਿੱਟੇ ਮੂੰਹ ਭਗਵਾਨ ਦਾਸਾ। ਤੇ ਇਹ ਸੀ ਬਲਵੰਤ ਗਾਰਗੀ ਦੀ ਲਿਖੀ ਕਹਾਣੀ ਫਿੱਟੇ ਮੂੰਹ। ਕਹਾਣੀ ਡਿਪੋ ਵਿੱਚ ਪੰਜਾਬੀ ਕਹਾਣੀਆਂ ਤੁਹਾਨੂੰ ਸੁਣਾਉਣ ਲਈ ਇਹ ਸਾਡੀ ਪਹਿਲੀ ਕੋਸ਼ਿਸ਼ ਹੈ। ਇਹ ਕਹਾਣੀ ਤੇ ਸਾਡੀ ਕੋਸ਼ਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜ਼ਰੂਰ ਦੱਸਿਓ ਤੇ ਸਾਡੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।